सो हाँ जी दोस्तों, सत श्री अकाल जी। मैं रमनदीप सिंह एक बार फिर हाजिर हाँ तुहाडे अपने चैनल रमन इंस्टीट्यूट ते ਅਤੇ स्वागत करते हैं सारिਆਂ ਦਾ एक बार तो फिर इस चैनल ते। सो वीडियो शुरू करने तो पहला रिक्वेस्ट है कि ਜਿਹੜੇ विद्यार्थी इस चैनल ਤੇ पहली बार आए ਨੂੰ चैनल ਨੂੰ ਸਬਸਕ੍ਰਾਈਬ कर लेना ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣਾ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲ ਰਹੇ। ਸੋ ਇਸ ਚੈਨਲ ਉੱਤੇ ਪੀਐਸਟੈਟ, ਐਸਟੈਟ ਐਂਡ ਮਾਸਟਰ ਗੇਡ ਦੀ ਪ੍ਰੀਪਰੇਸ਼ਨ ਕਰਵਾਈ ਜਾਂਦੀ ਹੈ। ਸੋ ਘਰ ਬੈਠੇ ਹੀ ਵਧੀਆ ਤਰੀਕੇ ਦੇ ਨਾਲ ਪ੍ਰੀਪਰੇਸ਼ਨ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਸੋ ਅੱਜ ਅਸੀਂ ਸ਼ੁਰੂ ਕਰਾਂਗੇ ਸੈਕੰਡ ਜਿਹੜਾ ਸਾਡਾ ਆਧੁਨਿਕ ਕਵੀ ਹੈ ਸੋ ਭਾਈ ਵੀਰ ਸਿੰਘ ਜੀ ਨਾਲ ਸੰਬੰਧਿਤ ਅਸੀਂ ਕਰ ਲਿੱਤੇ ਹੈਗੇ ਕਿ ਔਰ ਇਸ ਤੋਂ ਬਾਅਦ ਸਾਡੇ ਸੈਕੰਡ ਜਿਹੜੇ ਭਾਈ ਧਨੀ ਰਾਮ ਜੀ ਸੀਗਾ ਉਹਨਾਂ ਬਾਰੇ ਵੀ ਕਰ ਲਿੱਤਾ ਸੀ। ਅੱਜ ਅਸੀਂ ਥਰਡ ਜਿਹੜਾ ਸਾਡਾ ਪੂਰਨ ਸਿੰਘ ਹੈਗਾ ਗਾ ਉਸ ਬਾਰੇ ਡਿਸਕਸ ਕਰਾਂਗੇ। ਸੋ ਉਹਨਾਂ ਦੀ ਜੀਵਨੀ ਦੇ ਨਾਲ ਸੰਬੰਧ, ਉਹਨਾਂ ਦੀਆਂ ਰਚਨਾਵਾਂ ਦੇ ਨਾਲ ਸੰਬੰਧ ਜਿਹੜਾ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਸੋ ਬਹੁਤ ਹੀ ਜ਼ਰੂਰੀ ਹੈ। ਸੋ ਅਸੀਂ ਇਸ ਨੂੰ ਡਿਟੇਲ ਦੇ ਵਿੱਚ ਪੂਰਾ ਜਿਹੜਾ ਐਕਸਪਲੇਨ ਕਰਾਂਗੇ। ਇਸ ਤੋਂ ਇਲਾਵਾ ਤੁਹਾਨੂੰ ਜਿਹੜਾ ਹੋਰ ਕੋਈ ਮੈਟਰ ਪੜ੍ਹਨ ਦੀ ਜਿਹੜੀ ਜ਼ਰੂਰਤ ਹੀ ਨਹੀਂ ਰਹਿਣੀ। ਟੋਟਲ ਹੀ ਅਸੀਂ ਇਸ ਦੇ ਵਿੱਚ ਜਿਹੜਾ ਉਹ ਐਕਸਪਲੇਨ ਕਰ ਦੇਵਾਂਗੇ ਜੋ ਕਿ ਮਾਸਟਰ ਗੇਡ ਲਈ ਬਹੁਤ ਜ਼ਿਆਦਾ ਹੈਲਪਫੁਲ ਹੈਗਾ ਗਾ। ਸੋ ਸ਼ੁਰੂ ਕਰਦੇ ਅੱਜ ਦਾ ਸੈਸ਼ਨ ਬਿਨਾਂ ਟਾਈਮ ਵੇਸਟ ਕੀਤੇ। ਸੋ ਪੂਰਨ ਸਿੰਘ ਦਾ ਜਿਹੜਾ ਜੀਵਨ ਕਾਲ ਹੈ ਜੀ ਉਹ 1881 ਤੋਂ ਲੈ ਕੇ 1891 ਤੱਕ ਦਾ ਰਿਹਾ ਹੈਗਾ ਜੀ। ਸੋ ਕੁਛ ਆਮ ਜਾਣਕਾਰੀ ਜਿਹੜੀ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਹੈਗੀ ਹੈ। ਜੀ ਸੋ ਜੀਵਨ ਪੂਰਨ ਸਿੰਘ ਦਾ ਜਿਹੜਾ ਅੱਜ ਜਨਮ ਸੀਗਾ ਉਹ 17 ਫਰਵਰੀ 1881 ਨੂੰ ਐਡਮਾਬਾਦ ਦੇ ਪਿੰਡ ਸਲਹੱਟ ਦੇ ਵਿਖੇ ਹੋਇਆ ਸੀਗਾ। 17 ਫਰਵਰੀ 1881 ਨੂੰ ਉਹਨਾਂ ਦੇ ਪਿਤਾ ਦਾ ਨਾਮ ਕਰਤਾਰ ਸਿੰਘ ਸੀਗਾ ਅਤੇ ਮਾਤਾ ਦਾ ਨਾਮ ਜਿਹੜਾ ਪਰਮਾ ਦੇਵੀ ਸੀਗਾ। ਔਰ ਪੂਰਨ ਸਿੰਘ ਸੀਗੇ ਜਿਹੜੇ ਅਟਕ ਦਰਿਆ ਦੇ ਕਿਨਾਰੇ ਖੇਡਦੇ ਕੁੱਦਦੇ ਹੋਏ ਜਿਹੜੇ ਉਹ ਵੱਡੇ ਹੋਏ ਸੀਗੇ। ਉੱਥੋਂ ਦਾ ਹੀ ਉਹਨਾਂ ਨੇ ਜਿਹੜਾ ਸਾਰਾ ਕੁਛ ਜਿਹੜਾ ਗ੍ਰਹਿਣ ਕੀਤਾ ਸੀ, ਉੱਥੋਂ ਦੀ ਨੌਲੇਜ, ਉਸ ਤਰੀਕੇ ਦਾ ਸੱਭਿਆਚਾਰ ਉਹਨਾਂ ਨੂੰ ਜਿਹੜਾ ਪਤਾ ਸੀਗਾ। ਔਰ ਪੂਰਨ ਸਿੰਘ ਨੇ ਜਿਹੜਾ ਆਪਣੀ ਬਚਪਨ ਦੀ ਪੜ੍ਹਾਈ ਹੈਗੀ ਉਹ ਆਪਣੇ ਮਾਸਟਰ ਬੇਲੀ ਰਾਮ ਤੋਂ ਜਿਹੜੀ ਹਾਸਿਲ ਕੀਤੀ ਸੀ, ਜਿਸ ਤੋਂ ਉਹਨਾਂ ਨੇ ਜਿਹੜੀ ਐਜੂਕੇਸ਼ਨ ਲਿੱਤੀ ਸੀਗੀ। ਔਰ ਉਹਨਾਂ ਨੇ 1857 ਦੇ ਵਿੱਚ ਮੈਟ੍ਰਿਕ ਪਾਸ ਕਰਕੇ ਉਚੇਰੀ ਪੜ੍ਹਾਈ ਦੇ ਲਈ DAV ਕਾਲਜ ਦੇ ਵਿੱਚ ਲਾਹੌਰ ਦੇ ਵਿੱਚ ਜਿਹੜਾ ਦਾਖਲਾ ਲਿੱਤਾ ਸੀਗਾ। ਸਭ ਤੋਂ ਪ੍ਰਮੁੱਖ ਹੈ ਕਿ ਉਹਨਾਂ ਨੇ ਸ਼ੈਕਸਪੀਅਰ ਦੇ ਨਾਟਕ ਜੂਲੀਅਸ ਸੀਜ਼ਰ ਦੀ ਜਿਹੜੀ ਐਂਟਨੀ ਭੂਮਿਕਾ ਜਿਹੜੀ ਨਿਭਾਈ ਸੀਗੀ, ਜਿਹੜਾ ਕਿ ਬਹੁਤ ਹੀ ਪ੍ਰਸਿੱਧ ਹੈਗਾ ਗਾ ਇੰਗਲਿਸ਼ ਰਾਈਟਰ ਸ਼ੈਕਸਪੀਅਰ। ਸੋ ਉਸ ਦੀ ਜਿਹੜੀ ਜੂਲੀਅਸ ਸੀਜ਼ਰ ਐਂਟਨੀ ਸੀਗੀ ਉਸ ਦੇ ਵਿੱਚ ਮੁੱਖ ਭੂਮਿਕਾ ਇਹਨਾਂ ਨੇ ਨਿਭਾਈ ਸੀਗੀ। ਇਹ ਇੰਪੋਰਟੈਂਟ ਹੈ, ਇਸ ਨੂੰ ਤੁਸੀਂ ਨੋਟ ਕਰ ਲੈਣਾ ਹੈਗਾ ਗਾ। ਜਾਪਾਨ ਫੇਰੀ ਦੇ ਦੌਰਾਨ ਉਹ ਬੁੱਧ ਧਰਮ ਦੇ ਪ੍ਰਭਾਵਿਤ ਹੋ ਗਏ ਸੀ, ਜਿਸ ਤੋਂ ਬਾਅਦ ਕੀ ਹੈਗੇ ਉਹ ਬੋਧੀ ਭਿਕਸ਼ੂ ਜਿਹੜੇ ਬਣ ਗਏ ਸੀਗੇ, ਜਾਣੀ ਕਿ ਬੁੱਧ ਧਰਮ ਨੂੰ ਉਹਨਾਂ ਨੇ ਅਪਣਾ ਲਿੱਤਾ ਸੀਗਾ। ਜਾਪਾਨ ਦੇ ਵਿੱਚ ਉਹਨਾਂ ਨੇ ਗਰਜਦੀ ਪ੍ਰਭਾਵਤਾ ਨਾਮ ਦਾ ਇੱਕ ਪੱਤਰਕਾਰ ਵੀ ਜਿਹੜਾ ਲਿਖਿਆ ਸੀ, ਜਿਸ ਨੂੰ ਗਰਜਦੀ ਪ੍ਰਭਾਵਤਾ ਜਿਹਨੂੰ ਕਿ ਥੰਡਰਿੰਗ ਦਬਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਸੋ ਇੱਕ ਮੈਗਜ਼ੀਨ ਜਾਂ ਪੱਤਰਕਾਰ ਜਿਹੜਾ ਉਹਨਾਂ ਨੇ ਉਹ ਸ਼ੁਰੂ ਕਰ ਦਿੱਤਾ ਸੀਗਾ। 4 ਮਾਰਚ 1904 ਨੂੰ ਸ਼੍ਰੀਮਤੀ ਮਾਇਆ ਦੇਵੀ ਦੇ ਨਾਲ ਉਹਨਾਂ ਦਾ ਜਿਹੜਾ ਵਿਆਹ ਹੋ ਗਿਆ ਸੀ। ਉਹਨਾਂ ਦੀ ਪਤਨੀ ਹੈ ਜਿਹੜੀ ਮਾਇਆ ਦੇਵੀ ਸੀਗੇ, ਜਿਨ੍ਹਾਂ ਦਾ ਵਿਆਹ 1904 ਦੇ ਵਿੱਚ ਹੋਇਆ ਸੀ ਉਹਨਾਂ ਦੇ ਨਾਲ। ਬੁੱਧ ਭਿਕਸ਼ੂ ਬਣਨ ਤੋਂ ਬਾਅਦ ਉਹ ਆਪ ਉੱਪਰ ਸਵਾਮੀ ਰਾਮ ਤੀਰਥ ਦੇ ਵਿਚਾਰਾਂ ਦਾ ਜਿਹੜਾ ਬਹੁਤ ਜ਼ਿਆਦਾ ਪ੍ਰਭਾਵ ਪਿਆ, ਜਿਸ ਤੋਂ ਬਾਅਦ ਆਪ ਵੇਦਾਂਤੀ ਸੰਨਿਆਸੀ ਜਿਹੜੇ ਉਹ ਬਣ ਗਏ ਸੀਗੇ। ਠੀਕ ਹੈ ਜੀ। ਸੋ ਬੋਧੀ ਭਿਕਸ਼ੂ ਬਣ ਗਏ ਸੀ। ਬੁੱਧ ਭਿਕਸ਼ੂ ਬਣਨ ਤੋਂ ਬਾਅਦ ਉਹਨਾਂ ਦੇ ਉੱਪਰ ਸਵਾਮੀ ਰਾਮ ਤੀਰਥ ਦਾ ਜਿਹੜਾ ਉਹਨਾਂ ਦੇ ਵਿਚਾਰਾਂ ਦਾ ਪ੍ਰਭਾਵ ਪਿਆ ਸੀ। ਉਸ ਤੋਂ ਬਾਅਦ ਉਹ ਕੀ ਹੈਗਾ ਵੇਦਾਂਤੀ ਜਿਹੜੇ ਸੰਨਿਆਸੀ ਉਹ ਬਣ ਗਏ ਸੀਗੇ। 1912 ਦੇ ਵਿੱਚ ਸਿੱਖ ਵਿਦਿਅਕ ਕਾਨਫਰੰਸ ਦੇ ਅਫਸਰ 'ਤੇ ਆਪ ਦੀ ਜਿਹੜੀ ਮੁਲਾਕਾਤ ਆ ਉਹ ਭਾਈ ਵੀਰ ਸਿੰਘ ਜੀ ਦੇ ਨਾਲ ਹੋਈ ਸੀਗੀ ਸਿਆਲਕੋਟ ਦੇ ਵਿਖੇ 1912 ਦੇ ਵਿੱਚ। ਸੋ ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਆਪ ਜਿਹੜਾ ਸਿੱਖ ਧਰਮ ਦੇ ਵਿੱਚ ਸ਼ਾਮਲ ਹੋ ਗਏ ਸੀਗੇ। ਪੂਰਨ ਸਿੰਘ ਸੋ 1912 ਦੇ ਵਿੱਚ ਜਿਹੜਾ ਉਹਨਾਂ ਨੇ ਸਿੱਖ ਧਰਮ ਨੂੰ ਗ੍ਰਹਿਣ ਕਰ ਲਿੱਤਾ ਸੀ, ਕਿਉਂਕਿ ਭਾਈ ਵੀਰ ਸਿੰਘ ਦੇ ਜਿਹੜੇ ਵਿਚਾਰਾਂ ਤੋਂ ਉਹ ਪ੍ਰਭਾਵਿਤ ਹੋ ਗਏ ਸੀਗੇ। ਠੀਕ ਹੈ। ਔਰ ਸਿੱਖ ਧਰਮ ਦੇ ਜਿਹੜੇ ਰਹੱਸਵਾਦੀ ਸਾਧਕ ਉਹ ਬਣ ਗਏ ਸੀਗੇ। ਸੋ ਸਿੱਖ ਧਰਮ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੂਰਨ ਸਿੰਘ ਨੇ ਜਿਹੜਾ ਪੰਜਾਬੀ ਜਗਤ ਦੇ ਵਿੱਚ ਖੁੱਲ੍ਹੀ ਕਿਪਤਾ ਦਾ ਜਿਹੜਾ ਮੁੱਢ ਉਹ ਬਣ ਦਿੱਤਾ ਸੀ, ਜਿਸ ਨੂੰ ਅਸੀਂ ਕਹਿ ਸਕਦੇ ਹਾਂ, ਇਹ ਇੰਪੋਰਟੈਂਟ ਪੁਆਇੰਟ ਹੈ, ਇਸ ਨੂੰ ਜ਼ਰੂਰ ਨੋਟ ਕਰ ਲੈਣਾ ਹੈ ਕਿ ਖੁੱਲ੍ਹੀ ਕਿਪਤਾ ਦਾ ਮੁੱਢ ਬਣਨ ਦਾ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਸਿਹਰਾ ਜਾਂਦਾ ਹੈ ਉਹ ਪੂਰਨ ਸਿੰਘ ਨੂੰ ਜਾਂਦਾ ਹੈ ਪੰਜਾਬੀ ਕਾਵਿ ਜਗਤ ਦੇ ਵਿੱਚ, ਜਿਸ ਨੂੰ ਕਿ ਓਪਨ ਐਂਡ ਰਚਨਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ। ਸੋ ਓਪਨ ਐਂਡ ਰਚਨਾ ਜਿਹੜੀ ਹੈਗੀ ਉਸ ਦੇ ਵਿੱਚ ਉਹ ਰਚਨਾ ਹੈਗੀ ਹੈ ਜੋ ਖਤਮ ਹੋਣ ਤੋਂ ਬਾਅਦ ਦੇ ਵਿੱਚ ਵੀ ਲਿਖੇ ਜਾਣ ਦੀ ਜਿਹੜੀ ਸੰਭਾਵਨਾ ਹੁੰਦੀ ਹੈਗੀ। ਸੋ ਇਹ ਵੀ ਇੰਪੋਰਟੈਂਟ ਹੈ। ਸੋ ਇਸ ਦਾ ਮੀਨਿੰਗ ਜਿਹੜਾ ਪੁੱਛਿਆ ਜਾ ਸਕਦਾ ਹੈਗਾ ਓਪਨ ਐਂਡ ਰਚਨਾ। ਸੋ ਜਦੋਂ ਕੋਈ ਕਵਿਤਾ ਲਿਖ ਦਿੱਤੀ ਹੈਗੀ ਹੈ ਜਾਂ ਕੋਈ ਰਚਨਾ ਲਿਖ ਦਿੱਤੀ ਹੈਗੀ ਉਹ ਖਤਮ ਹੋ ਚੁੱਕੀ ਹੈ, ਬਾਅਦ ਦੇ ਵਿੱਚ ਕਈ ਵਾਰ ਇਹ ਵੀ ਹੋ ਜਾਂਦਾ ਕਿ ਉਸਨੂੰ ਦੁਬਾਰਾ ਤੋਂ ਜਿਹੜਾ ਲਿਖਿਆ ਜਾ ਸਕਦਾ ਹੈਗਾ। ਸੋ ਇਸ ਦੀ ਸੰਭਾਵਨਾ ਜਿਹੜੀ ਉਹ ਇਸ ਦੇ ਵਿੱਚ ਰਹਿੰਦੀ ਹੈਗੀ ਹੈ। ਸੋ ਪੂਰਨ ਸਿੰਘ ਨੇ ਜਿਹੜਾ ਛੰਦ ਨੂੰ ਨਵਾਬੀ ਜੁੱਤੀ ਕਹਿ ਕੇ ਜਿਹੜਾ
ਨਵਾਬੀ ਜੁੱਤੀ ਦੀ ਕੈਦ ਆਖ ਕੇ ਜਿਹੜਾ ਨਕਾਰਿਆ ਸੀਗਾ ਛੰਦ ਨੂੰ, ਠੀਕ ਹੈ, ਇਹ ਵੀ ਨੋਟ ਕਰਨ ਵਾਲਾ ਹੈ। ਔਰ ਆਪਨੇ ਆਪਣੀਆਂ ਰਚਨਾਵਾਂ ਦੇ ਵਿੱਚ ਪੰਜਾਬ ਅਤੇ ਪੰਜਾਬੀਅਤ ਦੀ ਜਿਹੜੀ ਉਹ ਜ਼ਿਆਦਾ ਗੱਲ ਕੀਤੀ ਹੈਗੀ ਹੈ। ਇਸ ਤੋਂ ਇਲਾਵਾ ਮਾਨਵਵਾਦ, ਵੈਰਾਗ ਆਦਿ ਦੀਆਂ ਵੀ ਆਪਣੇ ਜਿਹੜੀਆਂ ਰਚਨਾਵਾਂ ਉਹਨਾਂ ਦੇ ਉੱਪਰ ਜਿਹੜਾ ਉਹਨਾਂ ਦੇ ਵਿਸ਼ੇ ਦੇ ਉੱਪਰ ਜਿਹੜੀਆਂ ਰਚਨਾਵਾਂ ਉਹ ਲਿਖੀਆਂ ਹੋਈਆਂ ਨੇ। ਤੁਹਾਡੇ ਆਪ ਜੀ ਦੇ ਜੀਵਨ ਦੇ ਉੱਪਰ ਜਿਹੜਾ ਪੱਛਮੀ ਲੇਖਕ ਜਿਵੇਂ ਵਾਲਟ ਵੈਟਮੈਨ ਹੋ ਗਿਆ, ਕਾਰਲਾਈਨ ਹੋ ਗਿਆ, ਸ਼ੇਲੇ ਹੋ ਗਿਆ, ਰਸਕਿਨ ਹੋ ਗਿਆ, ਟਾਲਸਟਾਏ ਹੋਇਆ ਆਦਿ ਦਾ ਜਿਹੜਾ ਕਾਫੀ ਸਾਰਾ ਪ੍ਰਭਾਵ ਪਿਆ ਸੀਗਾ, ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਰਚਨਾਵਾਂ ਲਿਖੀਆਂ ਸੀਗੀਆਂ। ਔਰ ਆਪ ਇੰਗਲਿਸ਼ ਹੋ ਗਿਆ, ਹਿੰਦੀ ਹੋ ਗਿਆ ਐਂਡ ਪੰਜਾਬੀ ਹੋ ਗਿਆ, ਤਿੰਨੇ ਜ਼ਬਾਨਾਂ ਦੇ ਜਿਹੜੇ ਹੋ ਵਿਦਵਾਨ ਰਹੇ ਹੈਗੇ, ਤਿੰਨੇ ਤੁਹਾਨੂੰ ਜਿਹੜੀਆਂ ਭਾਸ਼ਾਵਾਂ ਇਹ ਆਉਂਦੀਆਂ ਸੀਗੀਆਂ। ਔਰ ਆਪਣੀ ਜਿਹੜਾ ਰੂਸੀ ਲੇਖਕ ਟਾਲਸਟਾਏ ਦੀ ਰਚਨਾ ਰੀਕ੍ਰਿਸ਼ਨਸ ਜਿਹੜਾ ਸੀ ਉਸਦਾ ਮੋਇਆ ਜਾਗ ਅਤੇ ਕਾਰਲਾਈਲ ਦਾ ਜਿਹੜੀ ਪੁਸਤਕ ਹੀਰੋ ਐਂਡ ਹੀਰੋ ਵਰਸ਼ਿਪ ਦੀ ਕਲਾਧਾਰੀ ਪੂਜਾ ਸਿਰਲੇਖ ਦੇ ਅਧੀਨ ਜਿਹੜਾ ਅਨੁਵਾਦ ਕੀਤਾ ਹੈ। ਸੋ ਇਹਨਾਂ ਦੋਨਾਂ ਬੁੱਕਸ ਨੂੰ ਜਿਹੜਾ ਤੁਸੀਂ ਖੁਦ ਨੇ ਆਪ ਜੀ ਨੇ ਜਿਹੜਾ ਅਨੁਵਾਦ ਕਰਕੇ ਪੰਜਾਬੀ ਦੇ ਵਿੱਚ ਪੇਸ਼ ਕੀਤਾ ਹੈ। ਸੋ ਪੰਜਾਬੀ ਕਾਵਿ ਜਗਤ ਦੇ ਵਿੱਚ ਆਪ ਦੇ ਜਿਹੜੇ 3 ਕਾਵਿ ਸੰਗ੍ਰਹਿ ਨੇਗੇ, ਠੀਕ ਹੈ, ਇੱਕ ਖੁੱਲ੍ਹੇ ਘੁੰਡ ਆ ਜਾਂਦਾ ਹੈ, ਖੁੱਲ੍ਹੇ ਮੈਦਾਨ ਆ ਜਾਂਦਾ ਹੈ, ਖੁੱਲ੍ਹੇ ਅਸਮਾਨੀ ਰੰਗ ਆ ਜਾਂਦਾ ਹੈ। ਸੋ ਇਹ ਸਾਰੇ ਦੇ ਸਾਰੇ ਜਿਹੜੇ ਮਰਨ ਦੇ ਉਪਰੰਤ ਛਾਪੇ ਗਏ ਸੀ, ਮਰਨ ਤੋਂ ਬਾਅਦ ਛਾਪੇ ਗਏ ਸੀ। ਇਸ ਤੋਂ ਇਲਾਵਾ ਆਪ ਦੀ ਜਿਹੜੀ ਪੁਸਤਕ ਖੁੱਲ੍ਹੇ ਲੇਖ ਵੀ ਪੰਜਾਬੀ ਸਾਹਿਤ ਨੂੰ ਇੱਕ ਵਡਮੁੱਲੀ ਦੇਣ ਹੈ। ਆਪ ਨੇ ਹਮੇਸ਼ਾ ਜਿਹੜਾ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਕਿ ਕਵਿਤਾਵਾਂ ਦਾ ਰੰਗ ਆਪ ਮੁਹਾਰਾ ਹੋਣਾ ਚਾਹੀਦਾ, ਭਾਵ ਕਾਵੀ ਉਚੇਚ ਦੇ ਨਾਲ ਜਿਹੜੀ ਕੀਤੀ ਜਾਣ ਵਾਲੀ ਕਿਰਿਆ ਨਹੀਂ ਹੋਣੀ ਚਾਹੀਦੀ ਹੈਗੀ। ਸੋ ਆਪ ਜੀ ਦੀ ਮੌਤ 31 ਮਾਰਚ 1931 ਨੂੰ ਦੇਹਰਾਦੂਨ ਦੇ ਵਿਖੇ TB ਦੀ ਬਿਮਾਰੀ ਦੇ ਕਾਰਨ ਹੋ ਗਈ ਸੀਗੀ। ਸੋ ਨੈਕਸਟ ਆਉਂਦਾ ਜੀ ਪੂਰਨ ਸਿੰਘ ਦੀਆਂ ਪ੍ਰਮੁੱਖ ਰਚਨਾਵਾਂ ਕਿਹੜੀਆਂ ਨੇ ਜੀ। ਸੋ ਖੁੱਲ੍ਹੇ ਮੈਦਾਨ ਜਿਹਨੂੰ ਪ੍ਰਥਮ ਕਾਵਿ ਸੰਗ੍ਰਹਿ ਕਿਹਾ ਜਾਂਦਾ 1922 ਦੇ ਵਿੱਚ ਰਚਿਆ ਸੀਗਾ। ਖੁੱਲ੍ਹੇ ਘੁੰਡ 1923 ਦੇ ਵਿੱਚ ਸੀਗਾ ਜੀ। ਖੁੱਲ੍ਹੇ ਅਸਮਾਨੀ ਰੰਗ ਜਿਹੜੀ ਕਿ ਮਰਨ ਦੇ ਉਪਰੰਤ ਛਪੀ ਸੀਗੀ। ਸੋ 1927 ਦੇ ਵਿੱਚ ਜਿਹੜੀ ਛਪੀ ਸੀਗੀ। ਸੋ 1927 ਹੈਗਾ ਜੀ। ਸੋ ਇਸ ਨੂੰ ਨੋਟ ਕਰ ਲੈਣਾ ਜੀ। 1927 ਹੈ ਜੀ, ਠੀਕ ਹੈ ਜੀ। ਸੋ ਇੱਥੇ ਮਿਸਟੇਕ ਰਹਿ ਗਈ ਹੈ, ਸੋ ਐਡਿਟ ਹੋ ਗਿਆ। ਸੋ ਖੁੱਲ੍ਹੇ ਅਸਮਾਨੀ ਰੰਗ ਜਿਹੜੀ ਮਰਨ ਤੋਂ ਉਪਰੰਤ ਬਾਅਦ ਦੇ ਵਿੱਚ ਲਿਖੀ ਗਈ ਸੀ। 1927 ਦੇ ਵਿੱਚ ਉਹਨਾਂ ਨੇ ਲਿਖੀ ਸੀਗੀ। ਖੁੱਲ੍ਹੇ ਲੇਖ ਆ ਗਿਆ, ਅਬ ਚਲਨ ਜੋੜ ਆ ਗਿਆ, ਕੰਨਿਆਦਾਨ, ਕਲਾ ਅਤੇ ਕਲਾਧਾਰੀ ਜਿਹੜਾ ਕਿ ਅਨੁਵਾਦ ਕੀਤਾ ਗਿਆ ਸੀਗਾ। ਮਾਇਆ ਦੀ ਜੰਗ ਹੋ ਗਿਆ। ਟਾਲਸਟਾਏ ਦੇ ਨਾਵਲ ਰੀਕ੍ਰਿਸ਼ਨਸ ਦਾ ਜਿਹੜਾ ਇਹ ਅਨੁਵਾਦ ਕੀਤਾ ਗਿਆ ਸੀ। ਦ ਸਿਸਟਰ ਆਫ ਦਾ ਸਪਿਨਿੰਗ ਵੀਲ 1921 ਦੇ ਵਿੱਚ ਉਹਨਾਂ ਨੇ ਰਚਿਆ ਸੀ। ਦਾ ਅਨਸਟਰੋਂਗ ਬੈਡਸ 1923 ਦੇ ਵਿੱਚ ਸੀਗਾ। ਐਟ ਹਿਜ਼ ਫੀਟ 1523 ਦੇ ਵਿੱਚ ਸੀਗਾ। ਐਨ ਆਫਟਰ ਮੂਨ ਵਿਦ ਦਾ ਸੈਲਫ 1923 ਦੇ ਵਿੱਚ ਸੀਗਾ ਜੀ। 7 ਬਾਸਕਟ ਆਫ ਰੋਜ਼ ਪਿਊਮਸ 1927 ਦੇ ਵਿੱਚ ਸੀਗਾ। ਬਰਮਿੰਗ ਕੈਂਡਲਸ 1981 ਦੇ ਵਿੱਚ ਸੀਗਾ। ਦਾ ਬਰਾਈਡ ਆਫ ਦਾ ਸਕਾਈ 1976 ਦੇ ਵਿੱਚ। ਦਾ ਬਰਾਕਿਨਸ 1980 ਦੇ ਵਿੱਚ। ਦਾ ਸਪਿਰਿਟ ਆਫ ਓਰੀਐਂਟਲ ਪਿਓਟਰੀ 1927 ਦੇ ਵਿੱਚ ਸੀ। ਔਨ ਦਾ ਪਾਥ ਆਫ ਦਾ ਲਾਈਫ 1927 ਦੇ ਵਿੱਚ। ਔਰ ਸ਼ਾਇਦ ਮਿਸਟੇਕ ਨਾ ਹੋਵੇ, ਚੈੱਕ ਕਰੋ। ਸੋ 1527 ਨਹੀਂ, 1927 ਦੇ ਵਿੱਚ ਹੈ ਜੀ, ਨੋਟ ਕਰ ਲੈਣਾ। ਸੋ 1927 ਦੇ ਵਿੱਚ। ਔਨ ਦਾ ਪਾਥ ਆਫ ਲਾਈਫ 1927 ਦੇ ਵਿੱਚ ਹੈ ਜੀ। ਦਾ ਸਪਿਰਿਟ ਬੋਮ ਪੀਪਲ 1928 ਦੇ ਵਿੱਚ ਸੀਗਾ ਜੀ। ਗੁਰੂ ਗੋਬਿੰਦ ਸਿੰਘ ਥਾਟ ਐਂਡ ਦਾ ਰਿਫਲੈਕਸ਼ਨਸ 1966 ਦੇ ਵਿੱਚ ਆ। ਦਾ ਹਿਮਾਲਯਨ ਪਾਈਨਸ, ਦਾ ਟੈਂਪਲ ਟਾਲਪਿਨਸ ਲਿਪਸ, ਦਾ ਸਟੋਰੀ ਆਫ ਸੁਬਾਮੀ ਰਾਮਾ, ਦਾ ਬੁੱਕ ਆਫ 10 ਮਾਸਟਰਸ, ਦਾ ਵੰਡਰਸ ਮਿਸਟਾਈਲ, ਰੋਜ਼ ਆਫ ਕਸ਼ਮੀਰ, ਗੀਤ ਗੋਬਿੰਦ, ਦਾ ਬਿਨਾ ਪਲੇਅਰਸ, ਨਾਗਾਸ ਭਾਈ ਵੀਰ ਸਿੰਘ ਦੀ ਕਵਿਤਾ ਦਾ ਅਨੁਵਾਦ 1921 ਦੇ ਵਿੱਚ ਕੀਤਾ ਸੀਗਾ। ਜਪਜੀ ਸਾਹਿਬ ਦਾ ਅਨੁਵਾਦ ਕੀਤਾ ਸੀਗਾ। ਔਰ ਆਤਮਾ ਦੀ ਕਵਿਤਾ ਪੂਰਨ ਸਿੰਘ ਦੀ ਸਮੁੱਚੀ ਕਵਿਤਾ ਦਾ ਅਨੁਵਾਦ ਜਿਹੜਾ 2006 ਦੇ ਵਿੱਚ ਕੀਤਾ ਗਿਆ ਸੀਗਾ। ਸੋ ਪ੍ਰੋਫੈਸਰ ਪੂਰਨ ਸਿੰਘ ਦੀਆਂ ਜਿਹੜੀਆਂ ਬਹੁਤੀਆਂ ਪੁਸਤਕਾਂ ਸੀਗੀਆਂ, ਉਹਨਾਂ ਦੀ ਮੌਤ ਤੋਂ ਉਪਰੰਤ ਜਿਹੜਾ ਭਾਈ ਮਹਿੰਦਰ ਸਿੰਘ ਰੰਧਾਵਾ ਨੇ ਜਿਹੜਾ ਲਾਹੌਰ ਵਿਖੇ ਬੁੱਕਸ਼ਾਪ ਦੇ ਉੱਪਰ ਪ੍ਰਕਾਸ਼ਿਤ ਕੀਤੀਆਂ ਸੀਗੀਆਂ। ਸੋ ਇਹ ਜ਼ਰੂਰ ਨੋਟ ਰੱਖਣਾ ਹੈ ਕਿ ਮਹਿੰਦਰ ਸਿੰਘ ਰੰਧਾਵਾ ਦੇ ਦੁਆਰਾ ਜਿਹੜੀਆਂ ਉਹਨਾਂ ਦੀਆਂ ਬੁੱਕਸ ਸੀਗੀਆਂ ਮਰਨ ਤੋਂ ਬਾਅਦ ਜਿਹੜਾ ਲਾਹੌਰ ਬੁੱਕਸ਼ਾਪ ਦੇ ਵਿੱਚੋਂ ਜਿਹੜੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸੀ। ਆਪ ਦੀਆਂ ਜਿਹੜੀਆਂ ਅੰਗਰੇਜ਼ੀ ਦੀਆਂ ਕਵਿਤਾਵਾਂ ਨੇ ਉਹਨਾਂ ਦਾ ਅਨੁਵਾਦ ਜਿਹੜਾ ਕੌਸ਼ਲ ਜੀ ਦੀ ਆਤਮ ਕਥਾ ਦੇ ਵਿੱਚ ਕੀਤਾ ਗਿਆ ਸੀਗਾ। ਪ੍ਰੋਫੈਸਰ ਕੇਸਲ ਜੀ। ਸੋ ਪ੍ਰੋਫੈਸਰ ਕੇਸਲ ਜੀ ਹੈਗਾ ਜੀ, ਪ੍ਰੋਫੈਸਰ ਕੇਸਲ ਜੀ, ਠੀਕ ਹੈ। ਸੋ ਸਹੀ ਹੈ। ਸੋ ਉਹਨਾਂ ਨੇ ਜਿਹੜਾ ਇਸਦਾ ਅਨੁਵਾਦ ਜਿਹੜਾ ਆਤਮਾ ਦੇ ਵਿੱਚ ਕੀਤਾ ਸੀ।
ਸੋ ਨੈਕਸਟ ਹੈ ਜੀ, ਸੋ ਪ੍ਰਮੁੱਖ ਰਚਨਾਵਾਂ ਜਿਹੜੀਆਂ ਉਹਨਾਂ ਦੇ ਵਿੱਚ ਕਿਸ ਚੀਜ਼ ਦਾ ਜਿਹੜਾ ਜ਼ਿਕਰ ਕੀਤਾ ਗਿਆ ਉਸ ਬਾਰੇ ਹੈ। ਸੋ ਖੁੱਲ੍ਹੇ ਮੈਦਾਨ ਜਿਹੜੀ ਕਿ 1922 ਦੇ ਵਿੱਚ ਬੁੱਕ ਜਿਹੜੀ ਉਹਨਾਂ ਨੇ ਛਾਪੀ ਸੀਗੀ। ਔਰ ਇਹ ਪੰਜਾਬੀ ਦਾ ਪਹਿਲਾ ਖੁੱਲ੍ਹੀ ਕਵਿਤਾ ਦਾ ਜਿਹੜਾ ਕਾਵਿ ਸੰਗ੍ਰਹਿ ਸੀਗਾ, ਇਹ ਨੋਟ ਕਰਨ ਵਾਲਾ ਹੈ। ਪਹਿਲੀ ਖੁੱਲ੍ਹੀ ਕਵਿਤਾ ਦਾ ਜਿਹੜਾ ਸੰਗ੍ਰਹਿ ਮੰਨਿਆ ਜਾਂਦਾ ਹੈਗਾ ਗਾ। ਸੋ ਜਿਸ ਨੂੰ ਪੂਰਨ ਸਿੰਘ ਨੇ ਵਾਲਟ ਵੈਟਮੈਨ ਦੀ ਪੁਸਤਕ ਘਾਹ ਦੀਆਂ ਪੱਤੀਆਂ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਪ੍ਰਕਾਸ਼ਿਤ ਕੀਤਾ ਸੀਗਾ। ਖੁੱਲ੍ਹੇ ਮੈਦਾਨ ਆ ਜਿਹੜੇ ਉਹ ਘਾਹ ਦੀਆਂ ਪੱਤੀਆਂ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਪ੍ਰਕਾਸ਼ਿਤ ਕੀਤਾ ਸੀ। ਖੁੱਲ੍ਹੀ ਕਵਿਤਾ ਦਾ ਪਹਿਲਾ ਜਿਹੜਾ ਇਹ ਸੰਗ੍ਰਹਿ ਹੈਗਾ। ਇਸ ਕਵਿਤਾਵਾਂ ਦੀਆਂ ਸਾਰੀਆਂ ਕਵਿਤਾ ਨੂੰ ਜਿਹੜਾ ਉਹ 5 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਸੋ ਪਹਿਲੀ ਆ ਜਾਂਦੀ ਹੈਗੀ ਜੀ ਪੂਰਨ ਨਾਥ ਜੱਗੀ ਪੂਰਨ ਭਗਤ ਦਾ ਜਿਹੜਾ ਬਿਰਤਾਂਤ ਹੈਗਾ ਜੀ। ਔਰ ਝਨਾਂ ਦੀਆਂ ਲਹਿਰਾਂ ਜਿਹੜੀਆਂ ਕਿਰਤੀ ਨਾਲ ਪ੍ਰੇਮ ਦੀਆਂ ਰੋਮਾਂਟਿਕ ਕਵਿਤਾਵਾਂ ਨੇਗੀਆਂ। ਔਰ ਦੇਸ਼ ਪਿਆਰ ਮੇਰਾ ਪੰਜਾਬੀ ਸੱਭਿਆਚਾਰ ਦੇ ਗੌਰਵ ਦੇ ਨਾਲ ਕਵਿਤਾਵਾਂ ਸੰਬੰਧਿਤ ਕਵਿਤਾਵਾਂ ਨੇ। ਮੈਂ ਅਤੇ ਉਹ ਰਹੱਸਵਾਦੀ ਅਨੁਭਵ ਦੀਆਂ ਕਵਿਤਾਵਾਂ ਨੇ। ਸੋ ਇੱਕ ਜੰਗਲ ਜਿਹੜਾ ਹੈਗਾ ਗਾ ਬਿਰਤਾਂਤਾਂ ਕਵਿਤਾ ਹੈਗੀ ਕਿ ਪ੍ਰੇਮ ਅਤੇ ਸੁੰਦਰਤਾ ਦਾ ਇਸ ਦੇ ਵਿੱਚ ਜਿਹੜਾ ਵਰਣਨ ਉਹ ਕੀਤਾ ਗਿਆ ਹੈਗਾ ਗਾ। ਸੋ ਪੂਰਨ ਨਾਥ ਜਿਹੜਾ ਜੱਗੀ ਹੈਗਾ ਗਾ ਜੱਗੀ ਆ ਰਿਹਾ ਠੀਕ ਹੈ ਜੋਗੀ। ਇਸ ਭਾਗ ਦੇ ਵਿੱਚ ਪੂਰਨ ਭਗਤ ਦੇ ਬਿਰਤਾਂਤ ਨੂੰ ਜਿਹੜਾ ਦਰਸਾਇਆ ਗਿਆ ਹੈ, ਜਿਸ ਨੂੰ ਕਿ 51 ਦ੍ਰਿਸ਼ਾਂ ਦੇ ਰਾਹੀਂ ਜਿਹੜਾ ਸਮੇਟਿਆ ਗਿਆ ਹੈਗਾ ਗਾ। ਸਦਾ ਆਰੰਭ ਜਿਹੜਾ ਪੂਰਨ ਦੇ ਜਨਮ ਲੈਣ ਤੋਂ ਅਤੇ ਅੰਤ ਇੱਛਰਾਂ ਨਾਲ ਜਿਹੜੀ ਮੁਲਾਕਾਤ ਦੁਬਾਰਾ ਸੰਪੰਨ ਹੁੰਦਾ ਹੈਗਾ ਗਾ। ਇਸ ਰਚਨਾ ਦੇ ਵਿੱਚ ਕਾਦਰਯਾਰ ਦੇ ਕਿਸੇ ਪੂਰਨ ਭਗਤ ਨੂੰ ਵੀ ਕਵਿਤਾ ਦੇ ਰੂਪ ਦੇ ਵਿੱਚ ਜਿਹੜਾ ਦਰਸਾਇਆ ਗਿਆ ਹੈਗਾ। ਪਰ ਇਸ ਵਿੱਚ ਕਾਦਰਯਾਰ ਦੇ ਕਿਸੇ ਦੇ ਨਾਲ ਵੱਡੇ ਵਰਕ ਜਿਹੜੇ ਉਹ ਪਾਏ ਗਏ ਨੇਗੇ, ਵੱਡੇ ਜਿਹੜੇ ਫਰਕ ਆ ਉਹ ਪਾਏ ਗਏ ਨੇ ਉਸ ਦੇ ਨਾਲੋਂ। ਠੀਕ ਹੈ ਜੀ। ਸੋ ਕੁਛ ਮਿਸਟੇਕਸ ਨੇ ਹੈਗੀਆਂ। ਸੋ ਕਾਦਰਯਾਰ ਦਾ ਕਿੱਸਾ ਜਿਹੜਾ ਉਹ ਬੈਂਤਾਂ ਦੇ ਵਿੱਚ ਹੈ, ਜਦ ਕਿ ਪ੍ਰੋਫੈਸਰ ਸਾਹਿਬ ਨੇ ਜਿਹੜਾ ਇਸ ਨੂੰ ਖੁੱਲ੍ਹੀ ਕਵਿਤਾ ਦੇ ਰੂਪ ਦੇ ਵਿੱਚ ਪੇਸ਼ ਕੀਤਾ ਹੈਗਾ ਗਾ। ਠੀਕ ਹੈ। ਸੋ ਕਾਦਰਯਾਰ ਦੀਆਂ ਜਿਹੜੀਆਂ ਕਵਿਤਾਵਾਂ ਨੇ ਕਿੱਸਾ ਹੈਗਾ ਪੂਰਨ ਭਗਤ ਵਾਲਾ ਉਹ ਬੈਂਤਾਂ 'ਚ ਹੈ, ਬਟ ਇਸ ਨੂੰ ਜਿਹੜਾ ਖੁੱਲ੍ਹੀ ਕਵਿਤਾ ਦੇ ਵਿੱਚ ਪੇਸ਼ ਕੀਤਾ ਹੈ ਪ੍ਰੋਫੈਸਰ ਪੂਰਨ ਸਿੰਘ ਨੇ। ਕਾਦਰਯਾਰ ਦਾ ਮੁੱਖ ਜ਼ੋਰ ਜਿਹੜਾ ਕਹਾਣੀ ਵਰਣਨ 'ਤੇ ਹੈ, ਪਰੰਤੂ ਪੂਰਨ ਸਿੰਘ ਦਾ ਜਿਹੜਾ ਦੌਰ ਆ ਉਹ ਪਾਤਰਾਂ ਦੇ ਮਨੋਵਿਗਿਆਨਕ ਨੂੰ ਪੇਸ਼ ਕਰਨ ਤੋਂ ਰਿਹਾ ਹੈਗਾ ਗਾ। ਸੋ ਨੈਕਸਟ ਹੈ ਜੀ ਝਨਾਂ ਦੀਆਂ ਲਹਿਰਾਂ। ਸੋ ਇਸ ਦੇ ਵਿੱਚ 22 ਜਿਹੜੀਆਂ ਕੁੱਲ ਕਵਿਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਜਿਹੜਾ ਵਿਸ਼ਾ ਹੈਗਾ ਉਹ ਕਿਰਤੀਆਂ ਦੇ ਨਾਲ ਰਿਹਾ ਹੈਗਾ ਅਤੇ ਰੋਮਾਂਟਿਕ ਪ੍ਰੇਮ ਨੂੰ ਬਣਾਇਆ ਗਿਆ। ਇਸ ਦੀਆਂ ਕੁਝ ਜਿਹੜੀਆਂ ਕਵਿਤਾਵਾਂ ਨੇ ਉਹਨਾਂ ਨੂੰ ਵਿਸ਼ੇ ਅਨੁਸਾਰ ਲਿਖਿਆ ਗਿਆ ਹੈ। ਸੋ ਪਹਿਲਾ ਆ ਜਾਂਦਾ ਹੈ ਜੀ ਮੇਰਾ ਟੁੱਟਿਆ ਜਿਹਾ ਗੀਤ। ਸੋ ਇਸ ਕਵਿਤਾ ਦੇ ਵਿੱਚ ਕਵੀ ਨੇ ਜਿਹੜਾ ਦੁਨੀਆ ਦੇ ਬਾਰੇ ਆਪਣੇ ਸੁਹਜਵਾਦੀ ਨਜ਼ਰੀਏ ਨੂੰ ਪੇਸ਼ ਕੀਤਾ ਹੈ। ਦੂਸਰੀ ਹੈ ਜੀ ਮੇਰਾ ਦਿਲ ਖਿੱਚਦਾ। ਇਸ ਵਿੱਚ ਮਨੁੱਖ ਅਤੇ ਪਰਮਾਤਮਾ ਦੇ ਰਿਸ਼ਤੇ ਨੂੰ ਪਤੰਗਬਾਜ਼ ਦੇ ਰਹੱਸਵਾਦੀ ਰਿਸ਼ਤੇ ਦੇ ਨਾਲ ਦਰਸਾਇਆ ਗਿਆ ਹੈਗਾ। ਤੀਸਰਾ ਹੈ ਜੀ ਪ੍ਰਭਾਵਤ ਆਕਾਸ਼ ਵਿੱਚ। ਇਸ ਵਿੱਚ ਪ੍ਰਕਿਰਤੀ ਦੇ ਵੱਖ-ਵੱਖ ਆਕਾਰਾਂ ਨੂੰ ਕਾਬੰਦ ਜਿਹੜਾ ਕੀਤਾ ਗਿਆ ਹੈ। ਪ੍ਰਭਾਤ ਨੂੰ ਸੂਰਜ ਦੀ ਟਿੱਕੀ ਆਸਮਾਨ ਵਿੱਚ ਸੁਹਾਗ ਤਿਲਕ ਲਾਉਂਦੀ ਹੈ, ਕਿਹਾ ਸੋਨਾ ਸੰਧੂਰ ਦਾ ਟਿੱਕਾ ਚਮਕਦਾ ਹੈ। ਸੋ ਇਸ ਤਰ੍ਹਾਂ ਦਾ ਕੁਛ ਲਾਈਨਾਂ ਨੇ ਇਸ ਦੇ ਵਿੱਚ। ਸੋ ਚੌਥੀ ਹੈ ਜਿਸ ਦੇ ਵਿੱਚ ਹਾਲ ਪਾਉਣ ਵਾਲੇ। ਇਸ ਕਵਿਤਾ ਦੇ ਵਿੱਚ ਕਿਸਾਨਾਂ ਦੇ ਮਨੋਭਾਵਾਂ ਦੀ ਜਿਹੜੀ ਪ੍ਰਵਿਰਤੀ ਹੈ ਉਸ ਨੂੰ ਜਿਹੜਾ ਪੇਸ਼ ਕੀਤਾ ਹੈਗਾ, ਉਸ ਦੀ ਜਿਹੜੀ ਗੱਲ ਕੀਤੀ ਗਈ ਹੈ। ਸੋ ਦਰਿਆ ਦੇ ਕਿਨਾਰੇ ਦੇ ਵਿੱਚ ਇਸ ਕਵਿਤਾ ਦੇ ਵਿੱਚ ਕਵੀ ਨੇ ਨਿਯਮਾਂ ਤੋਂ ਪਰੇ ਹਟ ਕੇ ਪ੍ਰਕਿਰਤੀ ਦੇ ਅੰਗ ਸੰਗ ਰਹਿਣ ਦੀ ਜਿਹੜੀ ਗੱਲ ਕੀਤੀ ਹੈ, ਕਿਉਂਕਿ ਕਵੀ ਨੂੰ ਖੁਦ ਵੀ ਧਰਮ ਕਰਮ ਦੇ ਆਚਾਰ ਵਿਵਹਾਰ ਦੇ ਨਾਲ ਸੰਬੰਧਿਤ ਸੱਭਿਆਚਾਰਕ ਮਨਾਹੀਆਂ ਜਿਹੜੀਆਂ ਉਹ ਪਸੰਦ ਨਹੀਂ ਸੀਗੀਆਂ। ਸੋ ਇਸ ਦੇ ਵਿੱਚੋਂ ਕੁਛ ਲਾਈਨਾਂ ਨੇ ਨੇਮਾਂ ਵਾਲੀ ਗੱਲ ਨਾ ਕਰਨੀ ਭਾਬੀ, ਧਰਮਾਂ ਕਰਮਾਂ ਥੀ ਨਸਣਾ, ਅਨੇਮਾ ਰਹਿਣਾ, ਸੱਚ ਸਾਰੀ ਡੋਬਣਾ, ਹੱਸਣਾ ਤੇ ਚਾਂਦਾ ਤੇ ਚੀਖਣਾ। ਸੋ ਇਸ ਦੀਆਂ ਲਾਈਨਾਂ ਨੇ ਕੁਛ। ਸੋ ਸੇਵੀਆਂ ਜ਼ਿੰਦਗੀ ਘਰ ਦੀ ਗੱਲ ਚੰਗੀ। ਸੋ ਇਸ ਕਵਿਤਾ ਦੇ ਵਿੱਚ ਗ੍ਰਹਿਸਤੀ ਜ਼ਿੰਮੇਵਾਰੀ ਦੇ ਬਾਰੇ ਜਿਹੜੀ ਭੂਮਿਕਾ ਨਿਭਾਈ ਜਾਂਦੀ ਉਸ ਦੇ ਬਾਰੇ ਵਰਣਨ ਕੀਤਾ ਗਿਆ ਹੈ। ਔਰਤ ਦੀ ਜਿਹੜੀ ਗੱਲ ਕੀਤੀ ਗਈ ਹੈਗੀ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਦਿਨ ਗੁਜ਼ਾਰਦੀ ਹੈ, ਠੀਕ ਹੈ, ਕਿਸ ਤਰੀਕੇ ਨਾਲ ਕੰਮ ਕਰਦੀ ਹੈ। ਸੋ ਉਸ ਬਾਰੇ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਨੈਕਸਟ ਹੈ ਜੀ ਦੇਸ਼ ਪਿਆਰ ਪੰਜਾਬ ਮੇਰਾ। ਇਸ ਕਵਿਤਾ ਦੀਆਂ ਜਿਹੜੀਆਂ ਕੁੱਲ 9 ਕਵਿਤਾਵਾਂ ਨੇ। ਇਸ ਦੇ ਵਿੱਚ ਜਿਹੜਾ ਮੁੱਖ ਵਿਸ਼ਾ ਰਿਹਾ ਉਹ ਪੰਜਾਬੀ ਸੱਭਿਆਚਾਰ ਦੇ ਗੌਰਵ ਨੂੰ ਬਣਾਉਣ ਦੇ ਲਈ ਕੀਤਾ ਗਿਆ ਹੈਗਾ। ਸੋ ਫਸਟ ਆ ਜਾਂਦੀ ਹੈਗੀ ਆ ਦੇਸ਼ ਨੂੰ ਅਸੀਸ ਸਾਰੇ ਗਰੀਬਾਂ ਦੀ। ਸੋ ਇਹ ਆ ਜਾਂਦੀ ਇਸ ਕਵਿਤਾ ਦੇ ਵਿੱਚ ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਨੂੰ ਪੇਸ਼ ਕਰਦਿਆਂ ਉਸ 'ਤੇ ਜਿਉਂਦੇ ਰਹਿਣ ਦੇ ਲਈ ਜਿਹੜੀਆਂ ਅਸੀਸਾਂ ਜਿਹੜੀਆਂ ਦਿੱਤੀਆਂ ਗਈਆਂ ਨੇਗੀਆਂ। ਦੂਸਰੇ ਦੇ ਵਿੱਚ ਜਵਾਨ ਪੰਜਾਬ ਆ ਜਾਂਦਾ ਹੈ। ਇਸ ਕਵਿਤਾ ਦੇ ਵਿੱਚ ਪੰਜਾਬੀਆਂ ਦੇ ਖੁੱਲ੍ਹੇ ਡੁੱਲੇ ਸੁਭਾਅ ਦੀ ਜਿਹੜੀ ਪੇਸ਼ਕਾਰੀ ਆ ਉਹ ਕੀਤੀ ਗਈ ਹੈਗੀ। ਸੋ
ਸੋ ਤੀਸਰੀ ਹੈ ਜੀ ਪੰਜਾਬ ਨੂੰ ਕੂਕਾਂ ਮੈਂ। ਇਸ ਕਵਿਤਾ ਦੇ ਵਿੱਚ ਕਵੀ ਦੁਆਰਾ ਲੋਪ ਹੋ ਰਹੇ ਪੁਰਾਣੇ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਨੂੰ ਜਿਹੜਾ ਯਾਦ ਕੀਤਾ ਗਿਆ ਹੈ। ਸੋ ਕੁਛ ਲਾਈਨਾਂ ਨੇ, ਆ ਪੰਜਾਬ ਮੇਰੇ ਨੂੰ, ਪੰਜਾਬ ਪਿਆਰ ਨੂੰ ਮੁੜ ਆ ਸਿੱਖ ਪੰਜਾਬ ਨੂੰ ਤੁਰ ਘਰ ਆ, ਤੇਰੇ ਧੂਤ ਦਿਸਣ ਮੁੜ ਸਾਵੇ, ਮੁੜ ਆਵਣ ਬੂਟਿਆਂ ਨਾਲ ਤੇਰੀਆਂ ਦੋਸਤੀਆਂ। ਸੋ ਇਹ ਕੁਛ ਲਾਈਨਾਂ ਨੇ ਇਸ ਦੇ ਵਿੱਚੋਂ। ਸੋ ਤੀਸਰੀ ਹੈ ਜੀ, ਚੌਥੀ ਹੈ ਜੀ ਸੋਹਣੀ ਦਾ ਜਿਹੜਾ ਬੁੱਤ। ਸੋ ਇਸ ਕਵਿਤਾ ਦੇ ਵਿੱਚ ਕਵੀ ਨੇ ਸੋਹਣੀ ਵਰਗੀ ਜਿਹੜੀ ਨਾਇਕਾ ਦੀ ਜਿਹੜੀ ਸੱਚੀ ਪ੍ਰੀਤ ਨੂੰ ਉਘਾੜਿਆ। ਇਸ ਤਰ੍ਹਾਂ ਉਹ ਸੱਚੀ ਪ੍ਰੀਤ ਦੇ ਹਵਾਲੇ ਪੁਰਾਣੇ ਸੱਭਿਆਚਾਰ ਦੇ ਗੌਰਵ ਅਤੇ ਉਸ ਸਮੇਂ ਦੀ ਤਰਜੀਹ ਨੂੰ ਜਿਹੜੀ ਲੋਚਾ ਉਹ ਰੱਖਦਾ ਹੈਗਾ ਗਾ। ਨੈਕਸਟ ਭਾਗ ਆ ਜਾਂਦਾ ਹੈ ਜੀ ਮੈਂ ਅਤੇ ਉਹ। ਸੋ ਇਸ ਕਵਿਤਾ ਦੇ ਵਿੱਚ ਕੁੱਲ 20 ਕਵਿਤਾਵਾਂ ਜਿਹੜੀਆਂ ਸ਼ਾਮਲ ਨੇ ਇਸ ਭਾਗ ਦੇ ਵਿੱਚ, ਜਿਨ੍ਹਾਂ ਦਾ ਜਿਹੜਾ ਵਿਸ਼ਾ ਹੈਗਾ ਗਾ ਉਹ ਰਹੱਸਵਾਦੀ ਰਿਹਾ ਹੈਗਾ ਗਾ। ਸੋ ਇਹਨਾਂ ਦੇ ਵਿੱਚ ਕੁਛ ਪ੍ਰਮੁੱਖ ਨੇ, ਜਿਵੇਂ ਲੋਕੀ ਕਹਿਣ ਰੱਬ ਸਭ ਵਿੱਚ ਹੈ, ਸਭ ਕੁਝ ਹੈ। ਸੋ ਇਸ ਕਵਿਤਾ ਦੇ ਰਾਹੀਂ ਇਹ ਦੱਸਿਆ ਗਿਆ ਹੈਗਾ ਕਿ ਰੱਬ ਦੀ ਹੋਂਦ ਹਰ ਸਥਾਨ ਹਰ ਸਮੇਂ ਮੌਜੂਦ ਹੈ, ਅਤੇ ਪਰ ਇੱਕ ਸਾਧਕ ਨੂੰ ਆਪਣੀ ਆਤਮਾ ਦੇ ਵਿੱਚ ਪਰਮਾਤਮਾ ਦਾ ਸਾਖਾਤਕਾਰ ਕਿਸੇ ਸੰਜੋਗੀ ਘੜੀ ਦੇ ਵਿੱਚ ਹੀ ਹੁੰਦਾ ਹੈਗਾ ਗਾ। ਯਾਨੀ ਕਿ ਜ਼ਰੂਰੀ ਹੈ ਕਿ ਉਸ ਲਈ ਜਿਹੜਾ ਪਰਮਾਤਮਾ ਲੱਭਣਾ ਉਸ ਲਈ ਇੱਕ ਕਠਿਨ ਸਮੱਸਿਆ ਵੀ ਹੋ ਸਕਦੀ ਹੈ। ਸੋ ਦੂਸਰੀ ਹੈ ਜੀ ਇੱਕ ਵੇਰੀ ਅਚਨਚੇਤੀ। ਇਸ ਵਿੱਚ ਦੱਸਿਆ ਗਿਆ ਹੈ ਕਿ ਕੋਈ ਵਿਅਕਤੀ ਜਦ ਆਪਣੇ ਧਰਮ ਤੋਂ ਬੇਮੁਖ ਹੋ ਜਾਂਦਾ ਤਾਂ ਉਹ ਆਪਣੀ ਸ਼ਨਾਖਤ ਦੇ ਲਈ ਦੂਸਰੇ ਧਰਮ ਦੇ ਵਿੱਚ ਜਾਂਦਾ ਹੈ, ਅਤੇ ਜਿਸ ਕਾਰਨ ਉਹ ਆਪਣੀ ਸ਼ਨਾਖਤ ਹੋ ਬੈਠਦਾ ਹੈ। ਬਟ ਉਸ ਨੂੰ ਦੁਬਾਰਾ ਤੋਂ ਉਸ ਚੀਜ਼ ਦੇ ਨਾਲ ਜੁੜਨ ਦੇ ਲਈ ਜਿਹੜਾ ਕਾਫੀ ਸਮਾਂ ਲੱਗ ਜਾਂਦਾ, ਅਤੇ ਉਹ ਆਪਣੀ ਜਿਹੜੀ ਸ਼ਨਾਖਤ ਆ ਉਸ ਨੂੰ ਭੁੱਲ ਜਾਂਦਾ, ਉਸ ਨੂੰ ਦੁਬਾਰਾ ਜਿਹੜਾ ਪ੍ਰਾਪਤ ਕਰਨ ਦੇ ਵਿੱਚ ਉਸ ਨੂੰ ਸਮਾਂ ਲੱਗਦਾ ਹੈ। ਤੀਸਰੀ ਆਉਂਦੀ ਹੈ ਮੁੜਾ ਪਿਆਰੇ। ਇਸ ਕਵਿਤਾ ਦੇ ਵਿੱਚ ਪੂਰਨ ਸਿੰਘ ਨੇ ਰਹੱਸਵਾਦੀ ਸਾਧਕ ਦੇ ਦਿਲ ਦੇ ਵਿੱਚ ਪੈਦਾ ਹੋਣ ਵਾਲੀਆਂ ਵਿਰਾਹਾਂ ਭਾਵਾਂ ਨੂੰ ਜਿਹੜਾ ਚਿਤਰਨ ਕੀਤਾ ਗਿਆ ਹੈਗਾ ਗਾ। ਨੈਕਸਟ ਹੈ ਜੀ ਇੱਕ ਜੰਗਲੀ ਫੁੱਲ। ਸੋ ਇਸ ਖੁੱਲ੍ਹੇ ਮੈਦਾਨ ਕਾਵਿ ਸੰਗ੍ਰਹਿ ਦੇ ਆਖਰੀ ਭਾਗ ਦੇ ਵਿੱਚ ਇੱਕ ਲੰਬੀ ਬਿਰਤਾਂਤਿਕ ਜਿਹੜੀ ਕਵਿਤਾ ਹੈਗੀ ਹੈ, ਜਿਸ ਨੂੰ 15 ਭਾਗਾਂ ਦੇ ਵਿੱਚ ਵੰਡ ਕੇ ਪੇਸ਼ ਕੀਤਾ ਗਿਆ ਹੈਗਾ ਗਾ। ਇੱਕ ਜੰਗਲੀ ਫੁੱਲ ਦੇ ਮਾਧਿਅਮ ਰਾਹੀਂ ਕਵੀ ਨੇ ਦਰਸਾਇਆ ਹੈ ਕਿ ਸੁੰਦਰਤਾ ਸ਼ਹਿਰੀ ਸੱਭਿਅਤਾ ਦੀ ਮੁਹਤਾਜ ਨਹੀਂ ਹੈ। ਕਿਰਤੀ ਦੀ ਗੋਦ ਵਿੱਚ ਵਸੇ ਛੋਟੇ ਛੋਟੇ ਪਿੰਡਾਂ ਦੇ ਵਿੱਚ ਸੌਂਦਰੇ ਦੇ ਅਨੁਭਵ ਬਾਕੀ ਦਿਖਾਈ ਦੇ ਜਾਂਦੇ ਹਨ। ਇਹ ਸਾਰਾ ਬਿਆਨ ਅਣਜੜ ਵਿਆਹ ਦੀ ਜਿਹੜੀ ਸਮਾਜਿਕ ਸਮੱਸਿਆਵਾਂ ਦੇ ਪ੍ਰਸੰਗ ਦੇ ਵਿੱਚ ਜਿਹੜਾ ਉਹਨਾਂ ਨੇ ਪੇਸ਼ ਕੀਤਾ ਹੈਗਾ ਗਾ। ਸੋ ਕਹਿੰਦੇ ਆ ਕਿ ਪਿੰਡਾਂ ਦੇ ਵਿੱਚ ਹੀ ਜਿਹੜਾ ਅਸਲੀ ਸੱਭਿਆਚਾਰ ਹੈ ਉਸ ਦੇ ਵਿੱਚ ਹੀ ਸਾਰੀ ਜਿਹੜੀ ਮਹਿਕ ਹੈਗੀ ਉਹ ਫੈਲੀ ਹੋਈ ਹੈਗੀ। ਨੈਕਸਟ ਹੈ ਜੀ ਖੁੱਲ੍ਹੇ ਘੁੰਡ। ਸੋ ਖੁੱਲ੍ਹੇ ਘੁੰਡ ਜਿਹੜੀ ਹੈਗੀ ਕਾਵਿ ਸੰਗ੍ਰਹਿ ਦਾ ਇੱਕ ਸਿੱਖ ਦਰਸ਼ਕ ਕਾਵਿਕ ਅਭਿਭੰਜਨ ਹੈਗਾ ਜੀ, ਔਰ ਇਸ ਕਾਵਿ ਸੰਗ੍ਰਹਿ ਦੀ ਕੁੱਲ ਜਿਹੜੀ 17 ਕਵਿਤਾਵਾਂ ਇਸ ਦੇ ਵਿੱਚ ਸ਼ਾਮਲ ਨੇ। ਖੁੱਲ੍ਹੇ ਮੈਦਾਨ ਦੀ ਤੁਲਨਾ ਦੇ ਵਿੱਚ ਇਹ ਕਿਤਾਬ ਆ ਜਿਹੜੀ ਛੋਟੇ ਆਕਾਰ ਦੀ ਪੁਸਤਕ ਹੈਗੀ ਜਿਸ ਵਿੱਚ ਕਵੀ ਨੇ ਇਸ ਜਗਤ ਦੀ ਸਿਰਜਣਾ ਸੰਬੰਧੀ ਆਪਣੇ ਵਿਚਾਰ ਆ ਜਿਹੜੇ ਉਹ ਪੇਸ਼ ਕੀਤੇ ਨੇ, ਅਤੇ ਕਵੀ ਦੇ ਅਨੁਸਾਰ ਇਸ ਜਗਤ ਦੀ ਸਿਰਜਣਾ ਪ੍ਰਭੂ ਦੇ ਸਹਾਰੇ ਹੋਈ ਹੈ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਹਉਮੈ 'ਤੇ ਨਾ ਹੋ ਕੇ ਪ੍ਰਭੂ ਦੀ ਰਜ਼ਾ ਦੇ ਵਿੱਚ ਰਹੇ। ਇਸ ਕਾਵਿ ਸੰਗ੍ਰਹਿ ਦੇ ਵਿੱਚ ਖਾਲਸੇ ਦੀ ਜੀਵਨ ਸ਼ੈਲੀ ਦੇ ਜਿਹੜੇ ਗੀਤ ਗਏ ਨੇ ਜੋ ਵਾਹਿਗੁਰੂ ਦਾ ਹੋ ਚੁੱਕਾ ਹੈ। ਕਵੀ ਨੇ ਇਸ ਕਾਵਿ ਸੰਗ੍ਰਹਿ ਦੇ ਵਿੱਚ ਮਨੁੱਖੀ ਜੀਵਨ ਦੀਆਂ ਬੁਨਿਆਦੀ ਮਸਲਿਆਂ ਜਿਵੇਂ ਨਾਮ, ਕਰਮ, ਹਉਮੈ ਆਦਿ ਬਾਰੇ ਜਿਹੜਾ ਚਿੰਤਨ ਪੇਸ਼ ਕੀਤਾ ਹੈ। ਇਸ ਕਾਵਿ ਸੰਗ੍ਰਹਿ ਦੇ ਵਿੱਚ ਅੰਤਰਗਤ ਆਈਆਂ ਕੁਝ ਕਵਿਤਾਵਾਂ ਦੇ ਵਿਸ਼ੇ ਹੇਠ ਲਿਖਿਆਂ ਦੇ ਅਨੁਸਾਰ ਹਨ, ਜਿਵੇਂ ਕਿ ਨਾਮ ਮੈਂ ਪੁੱਛਦਾ ਨਾਮ ਮੇਰਾ ਕੀ ਹੈ। ਸੋ ਇਸ ਕਵਿਤਾ ਦੇ ਵਿੱਚ ਨਾਮ ਦੇ ਜਿਹੜੇ ਮਸਲੇ ਨੂੰ ਛੂਹਿਆ ਗਿਆ ਹੈ ਕਿ ਨਾਮ ਦਾ ਜਿਹੜਾ ਮਨੁੱਖ ਦੇ ਅੰਦਰ ਨਾਲ ਕੀ ਸੰਬੰਧ ਹੈ, ਜੋ ਕਈ ਸੰਬੰਧ ਨਹੀਂ ਹੈ ਤਾਂ ਫਿਰ ਮਨੁੱਖ ਉਸ ਨਾਮ ਪ੍ਰਤੀ ਸਾਰੀ ਉਮਰ ਕਿਉਂ ਹੁੰਗਾਰਾ ਭਰਦਾ ਹੈ ਜੋ ਉਸ ਮਾਂ ਬਾਪ ਨੇ ਦਿੱਤਾ ਹੈ। ਸੋ ਤੀਸਰਾ ਪੁਆਇੰਟ ਹੈ, ਦੂਸਰਾ ਹੈ ਜੀ ਕਰਮ ਕਕਦੀ ਕਣ ਕਰਦਾ। ਸੋ ਕਰਮ ਕੀ ਹੈ ਜੀ ਵਰਗੇ ਵਿਸ਼ਿਆਂ ਨੂੰ ਜਿਹੜਾ ਇਸ ਕਵਿਤਾ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਹੈ ਜੀ। ਸੋ ਵੇਟ ਇੱਕ ਮਿੰਟ ਪਲੀਜ਼ ਸਰਚ ਕਰ ਲਵਾਂ ਜੀ। ਕਰਮ ਕੂਕਦੇ ਕਣ ਕਰਦਾ। ਕੌਣ ਕਰਦਾ ਹੈ ਜੀ। ਸੋ ਕਰਮ ਕੀ ਹੈ ਵਰਗਿਆਂ ਦੇ ਵਿਸ਼ਿਆਂ ਨੂੰ ਇਸ ਕਵਿਤਾ ਦੇ ਰਾਹੀਂ ਜਿਹੜਾ ਛੂਹਿਆ ਗਿਆ ਹੈਗਾ। ਔਰ ਤੀਸਰਾ ਹੈ ਜੀ ਫਲਸਫਾ ਅਤੇ ਆਰਟਸ। ਇਸ ਕਵਿਤਾ ਦੇ ਵਿੱਚ ਮਨੁੱਖੀ ਜੀਵਨ ਇੱਕ ਕਲਾ ਹੈ, ਇਸ ਬਾਰੇ ਦੱਸਿਆ ਗਿਆ ਹੈਗਾ ਜੋ ਕਿ ਕਿਰਤ ਤੋਂ ਪੈਦਾ ਹੁੰਦੀ ਹੈ, ਜੋ ਹੌਲੀ ਹੌਲੀ ਫਲਸਫੇ ਦਾ ਰੂਪ ਧਾਰਨ ਕਰ ਲੈਂਦੀ ਹੈ, ਪਰੰਤੂ ਕਿਰਤ ਤੋਂ ਬਿਨਾਂ ਇਹ ਫਲਸਫਾ ਮੌਤ ਹੋ ਨਿਬੜਦਾ ਹੈ। ਚੌਥਾ ਹੈ ਜੀ ਕਰਤਾਰਤਾ। ਸੋ ਇਸ ਕਵਿਤਾ ਦੇ ਵਿੱਚ ਰੱਬ ਦੀ ਸਿਰਜਣਾ ਦਾ ਜਿਹੜਾ ਵਰਣਨ ਕੀਤਾ ਗਿਆ ਹੈ, ਸਾਰੀ ਦੁਨੀਆ ਜਿਹੜੀ ਉਹ ਰੱਬ ਨੇ ਸਾਜੀ ਹੈ, ਇਸ ਚੀਜ਼ ਦਾ ਉਸ ਦੇ ਵਿੱਚ ਜ਼ਿਕਰ ਮਿਲਦਾ ਹੈ। ਸੋ ਨੈਕਸਟ ਹੈ ਜੀ ਖੁੱਲ੍ਹੇ ਅਸਮਾਨੀ ਰੰਗ 1927 ਦੇ ਵਿੱਚ ਰਚੀ ਗਈ ਹੈ। ਸੋ ਇਹ ਕਾਵਿ ਸੰਗ੍ਰਹਿ ਪੂਰਨ ਸਿੰਘ ਦੀ ਮੌਤ ਤੋਂ ਬਾਅਦ ਜਿਹੜਾ ਛਾਪਿਆ ਗਿਆ ਸੀ, ਜਿਸ ਨੂੰ 1965 ਦੇ ਵਿੱਚ ਡਾਕਟਰ ਮਹਿੰਦਰ ਸਿੰਘ ਨੇ ਰੰਧਾਵਾ ਨੇ
ਪੂਰਨ ਸਿੰਘ ਜੀਵਨੀ ਅਤੇ ਕਵਿਤਾ ਦੇ ਸਿਰਲੇਖ ਦੇ ਹੇਠ ਜਿਹੜਾ ਸ਼ਾਮਿਲ ਕੀਤਾ ਸੀ। ਇਸ ਕਾਵਿ ਸੰਗ੍ਰਹਿ ਦਾ ਪਹਿਲਾ ਨਾਮ ਚਮਕਦੇ ਕਿਣਕੇ ਸੀਗਾ। ਠੀਕ ਹੈ, ਪਹਿਲਾ ਨਾਮ ਜਿਹੜਾ ਉਹ ਚਮਕਦੇ ਕਿਣਕੇ ਸੀ। ਇਸ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਇੱਕ ਹੈ ਬਾਰ ਦੇ ਰੰਗ, ਜਿਸ ਦੇ ਅੰਤਰਗਤ 19 ਕਵਿਤਾਵਾਂ ਆਉਂਦੀਆਂ ਹਨ। ਦੂਸਰਾ ਹੈ ਅਚਨਚੇਤੀ ਉਡਾਰੀਆਂ, ਜਿਸ ਦੇ ਵਿੱਚ 30 ਹਿੱਸਿਆਂ ਦੇ ਵਿੱਚ ਇਸ ਨੂੰ ਸ਼ਾਮਿਲ ਕੀਤਾ ਗਿਆ ਹੈ। ਸੋ ਬਾਰ ਦੇ ਰੰਗ ਦੇ ਵਿੱਚ ਇਸ ਭਾਗ ਦੇ ਵਿੱਚ ਕਵਿਤਾਵਾਂ ਜਿਹੜੀਆਂ ਜ਼ਿਆਦਾਤਰ ਉਹ ਪ੍ਰਕਿਰਤੀ ਦਾ ਮਾਨਵੀਕਰਨ ਕਰਦੀਆਂ ਹਨ। ਇਸ ਦੀਆਂ ਕੁਝ ਕਵਿਤਾਵਾਂ ਜਿਵੇਂ ਕਿ ਸਾਵਣੀ, ਜਿਸ ਨੂੰ ਰੱਬ ਪਿਆਰ ਕਰਦਾ ਹੈ। ਸੋ ਇਸ ਕਵਿਤਾ ਦੇ ਵਿੱਚ ਪ੍ਰਕਿਰਤੀ ਨੂੰ ਸੁੰਦਰ ਸਾਵਾਣੀ ਅਤੇ ਪਰਮਾਤਮਾ ਦੇ ਉਸ ਪਤੀ ਦੇ ਰੂਪ ਦੇ ਵਿੱਚ ਪੇਸ਼ ਕੀਤਾ ਹੈ। ਇਸ ਤਰ੍ਹਾਂ ਕਿਰਤੀ ਦੀ ਸੁੰਦਰਤਾ ਨੂੰ ਜਿਹੜਾ ਬਿਆਨ ਕੀਤਾ ਗਿਆ ਇਸ ਦੇ ਵਿੱਚ। ਦੂਸਰੇ ਦੇ ਵਿੱਚ ਗੁਰਾਂ ਦੀ ਮਿਹਨਤੀ ਬਲਦ। ਸੋ ਇਸ ਕਵਿਤਾ ਦੇ ਰਾਹੀਂ ਇਨਸਾਨ ਦੀ ਮਜਬੂਰੀ ਬਲਦ ਦੀ ਮਜਬੂਰੀ ਦੇ ਨਾਲ ਜਿਹੜਾ ਮੇਲ ਕਰਕੇ ਉਸ ਨੂੰ ਪੇਸ਼ ਕੀਤਾ ਹੈ ਜੀ। ਤੀਸਰੇ ਦੇ ਵਿੱਚ ਆਉਂਦਾ ਸੋਹਣੀਆਂ ਚੀਜ਼ਾਂ ਸਾਰੀਆਂ। ਸੋ ਪਰਮਾਤਮਾ ਦੀ ਬਣਾਈ ਹਰ ਚੀਜ਼, ਹਰ ਵਸਤੂ, ਹਰ ਇਨਸਾਨ ਜਿਹੜੀ ਕਵਿਤਾ ਦਾ ਵਿਸ਼ਾ ਬਣਾਇਆ ਗਿਆ ਇਸ ਦੇ ਵਿੱਚ, ਤਾਂ ਜੋ ਚੰਗੇ ਤਰੀਕੇ ਦੇ ਨਾਲ ਜਿਹੜਾ ਉਸ ਨੂੰ ਪਰਮਾਤਮਾ ਨੂੰ ਸਮਝਾ ਸਕੇ। ਸੋ ਇਸ ਅਚਨਚੇਤੀ ਉਡਾਰੀਆਂ ਭਾਗ ਜਿਹੜਾ ਉਹ ਕਵਿਤਾ ਨੂੰ ਜਾਪਾਨ ਦੇ ਪ੍ਰਸਿੱਧ ਕਵੀ ਰੂਪਕ ਹਾਊਕ ਨਾਲ ਲਿਆ ਜਾਂਦਾ ਰਿਹਾ ਹੈ, ਜੋ ਕਿ 3 ਸਤਰਾਂ ਵਾਲੀ ਲਘੂ ਕਵਿਤਾ ਹੈ। ਇਸ ਭਾਗ ਦੇ ਵਿੱਚ ਬਹੁਤੀਆਂ ਕਵਿਤਾਵਾਂ ਜਿਹੜੀਆਂ ਉਹ ਅਤੀ ਯਥਾਰਥਵਾਦੀ ਰੂਪ ਦੀਆਂ ਹਨ। ਠੀਕ ਹੈ ਜੀ। ਸੋ ਥੈਂਕ ਯੂ ਜੀ। ਸੋ ਅੱਜ ਦੇ ਸੈਸ਼ਨ ਦੇ ਵਿੱਚ ਇੰਨਾ ਹੀ। ਆਸ ਕਰਦਾ ਹੈ ਕਿ ਕਾਫੀ ਕੁਛ ਜਿਹੜਾ ਸਿੱਖਣ ਨੂੰ ਮਿਲਿਆ ਹੋਵੇਗਾ ਤੁਹਾਨੂੰ ਇਸ ਵੀਡੀਓ ਦੇ ਵਿੱਚ। ਸੋ ਜੇਕਰ ਵੀਡੀਓ ਅੱਛੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਅਤੇ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਵੱਧ ਤੋਂ ਵੱਧ ਜਿਹੜੇ ਸਟੂਡੈਂਟਸ ਆ ਉਹਨਾਂ ਦਾ ਫਾਇਦਾ ਹੋ ਸਕੇ। ਥੈਂਕ ਯੂ ਵੈਰੀ ਮਚ ਜੀ।